ਦਰਸ਼ਨ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ। ਦੋਸਤੋ, ਪ੍ਰੋਗਰਾਮ ਮੇਰਾ ਪਿੰਡ ਮੇਰੇ ਖੇਤ ਤੁਸੀਂ ਦੇਖ ਰਹੇ ਹੋ। ਸਾਡੇ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਗੱਲਬਾਤ ਦਾ ਵਿਸ਼ਾ ਹੈ ਸਰਦੀਆਂ ਦੀਆਂ ਸਬਜ਼ੀਆਂ ਦੀ ਲਵਾਈ ਅਸੀਂ ਕਿਸ ਤਰ੍ਹਾਂ ਕਰਨੀ ਆ। ਸੋ ਇਹ ਵਿਸ਼ਾ ਹੈ ਸਾਡੇ ਅੱਜ ਦੇ ਇਸ ਪ੍ਰੋਗਰਾਮ ਦਾ। ਵਿਸ਼ੇ ਸੰਬੰਧੀ ਜਾਣਕਾਰੀ ਦੇਣ ਲਈ ਅੱਜ ਸਾਡੇ ਵਿਚਕਾਰ ਨੇ ਡਾਕਟਰ ਪ੍ਰਦੀਪ ਸਿੰਘ ਟਿਵਾਣਾ ਜੀ, ਜਿਹੜੇ ਖੇਤੀਬਾੜੀ ਵਿਕਾਸ ਅਫਸਰ ਨੇ, ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਪੰਜਾਬ ਜ਼ਿਲ੍ਹਾ ਲੁਧਿਆਣਾ ਦੇ ਵਿੱਚ ਆਪਣੀ ਸੇਵਾ ਨਿਭਾ ਰਹੇ ਨੇ। ਸੋ ਦੋਸਤੋ, ਜਿਵੇਂ ਅਸੀਂ ਜਾਣਦੇ ਹਾਂ ਕਿ ਗਰਮੀਆਂ ਦੀਆਂ ਸਬਜ਼ੀਆਂ ਹੁਣ ਜਾਣ ਵਾਲੀਆਂ ਨੇ, ਤਕਰੀਬਨ ਜਾ ਹੀ ਚੁੱਕੀਆਂ ਨੇ, ਅਤੇ ਹੁਣ ਆਉਣ ਵਾਲੇ ਸਮੇਂ ਦੇ ਵਿੱਚ ਆਪਾਂ ਸਰਦੀਆਂ ਦੀਆਂ ਸਬਜ਼ੀਆਂ ਦੀ ਚੋਣ ਕਰਨੀ ਆ, ਕਿਹੜੀ ਅਸੀਂ ਲਾਉਣੀ ਆ। ਬਹੁਤੇ ਕਿਸਾਨ ਵੀਰਾਂ ਨੇ ਘਰੇਲੂ ਬਗੀਚੇ ਵੀ ਆਪਣੇ ਖੇਤਾਂ ਦੇ ਵਿੱਚ, ਆਪਣੇ ਘਰਾਂ ਦੇ ਵਿੱਚ ਲਾਉਣੀ ਆ, ਅਤੇ ਬਹੁਤੇ ਕਿਸਾਨ ਵੀਰਾਂ ਨੇ ਕਮਰਸ਼ੀਅਲ ਪੱਧਰ 'ਤੇ ਵੀ ਇਹ ਸਰਦੀਆਂ ਦੀਆਂ ਸਬਜ਼ੀਆਂ ਦੀ ਖੇਤੀ ਕਰਨੀ ਆ। ਸੋ ਕਿਸ ਤਰ੍ਹਾਂ ਕਰਨੀ ਆ, ਕੀ ਇਹਦੀ ਆਪਾਂ ਪਹਿਲਾਂ ਕਿਹੜੀਆਂ ਗੱਲਾਂ ਦਾ ਧਿਆਨ ਰੱਖਣਾ, ਸਾਰੀ ਗੱਲਬਾਤ ਆਪਾਂ ਡਾਕਟਰ ਟਿਵਾਣਾ ਜੀ ਤੋਂ ਤੁਹਾਨੂੰ ਇਹ ਜਾਣਕਾਰੀ ਦਿਵਾਵਾਂਗੇ। ਸੋ ਡਾਕਟਰ ਟਿਵਾਣਾ ਜੀ, ਤੁਹਾਡਾ ਸਵਾਗਤ ਹੈ ਸਾਡੇ ਪ੍ਰੋਗਰਾਮ ਮੇਰਾ ਪਿੰਡ ਮੇਰੇ ਖੇਤ ਦੇ ਵਿੱਚ। ਸਭ ਤੋਂ ਪਹਿਲਾਂ ਆਪਾਂ ਜੀ ਗੱਲ ਕਰੀਏ ਸਬਜ਼ੀਆਂ ਦੀ ਮਹੱਤਤਾ, ਕਿਉਂਕਿ ਅੱਜ ਕੱਲ੍ਹ ਅਸੀਂ ਦੇਖਦੇ ਹਾਂ ਕਿ ਬੱਚੇ ਆ ਨਾ, ਸਬਜ਼ੀਆਂ ਵੱਲ ਨੂੰ ਬਹੁਤਾ ਰੁਝਾਨ ਨਹੀਂ ਉਹਨਾਂ ਦਾ ਹੁੰਦਾ। ਜਿਹੜੇ ਜੰਕ ਫੂਡਸ ਨੇ ਉਹ ਜ਼ਿਆਦਾ ਖਾਂਦੇ ਆ। ਕੀ ਸਬਜ਼ੀਆਂ ਦੀ ਮਹੱਤਤਾ ਆ, ਥੋੜ੍ਹਾ ਜਿਹਾ ਇਹਦੇ ਸੰਬੰਧੀ ਸਾਡੇ ਕਿਸਾਨ ਵੀਰਾਂ ਨੂੰ ਦੱਸੋ। ਜਿਵੇਂ ਕਿ ਆਪਾਂ ਸਾਰੇ ਜਾਣਦੇ ਹਾਂ, ਸਬਜ਼ੀਆਂ ਇੱਕ ਵਿਟਾਮਿਨ, ਜਿਹਦੇ ਵਿੱਚ ਵਿਟਾਮਿਨ ਏ, ਵਿਟਾਮਿਨ ਸੀ ਅਤੇ ਵਿਟਾਮਿਨ ਬੀ ਦੇ ਵਿੱਚੋਂ ਫੋਲਿਕ ਐਸਿਡ, ਇਸੇ ਤਰ੍ਹਾਂ ਖਣਿਜ ਪਦਾਰਥਾਂ ਦਾ, ਖਣਿਜ ਰੇਸ਼ਿਆਂ ਦਾ, ਐਂਟੀਆਕਸੀਡੈਂਟ ਦਾ ਇੱਕ ਭਰਪੂਰ ਸੋਮਾ ਹੈ। ਇਹ ਸਬਜ਼ੀਆਂ ਦੇ ਵਿੱਚ ਚਰਬੀ ਬਹੁਤ ਜ਼ਿਆਦਾ ਘੱਟ ਹੈ, ਰੇਸ਼ੇ ਬਹੁਤ ਜ਼ਿਆਦਾ ਨੇ, ਜੋ ਕਿ ਸਾਡੇ ਸਰੀਰ ਨੂੰ ਨਿਰੋਗ ਅਤੇ ਤੰਦਰੁਸਤ ਰੱਖਣ ਦੇ ਵਿੱਚ ਬਹੁਤ ਹੀ ਸਹਾਈ ਹੁੰਦੀਆਂ ਨੇ। ਸੋ ਵਿਟਾਮਿਨਸ ਦੀ ਗੱਲ ਕਰੀਏ, ਕਾਰਬੋਹਾਈਡਰੇਟਸ ਦੀ ਗੱਲ ਕਰੀਏ, ਨਿਊਟਰੀਐਂਟ ਸਾਰੇ ਇਹਦੇ ਵਿੱਚ ਭਰਪੂਰ ਹੁੰਦੇ ਆ। ਸੋ ਸਬਜ਼ੀਆਂ ਬਹੁਤ ਹੀ ਮਹੱਤਵ ਰੱਖਦੀਆਂ ਸਾਡੇ ਮਨੁੱਖੀ ਸਰੀਰ ਦੇ ਲਈ। ਆਪਾਂ ਗੱਲ ਕਰੀਏ ਸਬਜ਼ੀਆਂ ਦੇ ਵਿੱਚ, ਜਦੋਂ ਘਰੇਲੂ ਬਗੀਚੇ 'ਚ ਵੀ ਕਿਸਾਨ ਵੀਰ ਲਾਉਂਦਾ ਆ ਜਾਂ ਕਮਰਸ਼ੀਅਲ ਪੱਧਰ 'ਤੇ ਲਾਉਂਦਾ, ਪਤਾ ਨਹੀਂ ਕੀ ਗੱਲ ਆ, ਕੀੜੇ ਮਕੌੜੇ ਬਹੁਤ ਜ਼ਿਆਦਾ ਆਉਂਦੇ ਆ। ਕੋਈ ਉਹਨਾਂ ਦਾ ਕੋਈ ਨੈਚੁਰਲ ਉਪਾਅ, ਕੋਈ ਕੀ ਇਹ ਕਰਨ ਕਿਸਾਨ ਵੀਰ ਸ਼ੁਰੂ ਤੋਂ ਹੀ ਧਿਆਨ ਰੱਖਣ ਹੁਣ, ਕਿਉਂਕਿ ਸਬਜ਼ੀਆਂ ਜਿਹੜੀਆਂ ਨੇ ਸਰਦੀਆਂ ਦੀ ਲਾਉਣ ਦਾ ਸਮਾਂ ਆ ਚੁੱਕਿਆ। ਭਾਵੇਂ ਆਪਾਂ ਨੂੰ 4 ਮਹੀਨੇ ਬਾਅਦ ਸਬਜ਼ੀਆਂ ਉਹ ਖਾਣ ਨੂੰ ਮਿਲਣੀਆਂ, ਪਰ ਲਾਉਣ ਦਾ ਸਮਾਂ ਹੁਣ ਆ ਚੁੱਕਿਆ। ਸੋ ਥੋੜ੍ਹਾ ਜਿਹਾ ਦੱਸੋ ਕਿ ਪਹਿਲਾਂ ਕਿਹੜੇ ਪ੍ਰਬੰਧ ਕਰਨ ਉਹ। ਡਾਕਟਰ ਸਾਹਿਬ, ਸਬਜ਼ੀਆਂ ਦੇ ਵਿੱਚ ਸਭ ਤੋਂ ਜ਼ਰੂਰੀ ਜਿਹੜੀ ਚੀਜ਼ ਆ ਉਹ ਹੈਗੀ ਹੈ ਸਹੀ ਜਗ੍ਹਾ ਦੀ ਚੋਣ। ਸਹੀ ਜਗ੍ਹਾ ਦੀ ਚੋਣ ਦੇ ਵਿੱਚ ਸਰਦੀਆਂ ਵਾਲੀਆਂ ਸਬਜ਼ੀਆਂ ਦੇ ਵਿੱਚ ਬਹੁਤ ਹੀ ਜ਼ਿਆਦਾ ਜ਼ਰੂਰੀ ਹੈ ਵੀ ਅਸੀਂ ਉੱਦਾਂ ਦੀ ਥਾਂ ਤੋਂ ਚੁਣੀਏ ਜਿੱਥੇ ਘੱਟੋ ਘੱਟ 6 ਘੰਟੇ ਧੁੱਪ ਆ ਜਿਹੜੀ ਉਹ ਸਾਨੂੰ ਮਿਲਦੀ ਰਹੇ। ਦੂਸਰੀ ਚੀਜ਼ ਹੈਗੀ ਆ ਉਹਦੀ ਜਿਹੜੀ ਦਿਸ਼ਾ ਵਾ, ਦਿਸ਼ਾ ਜਗ੍ਹਾ ਦੀ ਪੂਰਬ ਤੋਂ ਪੱਛਮ ਵੱਲ ਹੋਣੀ ਚਾਹੀਦੀ ਆ, ਕਿਉਂਕਿ ਸਾਡਾ ਜਿਹੜਾ ਸੂਰਜ ਆ ਉਹ ਦੱਖਣ ਵਾਲੇ ਪਾਸੇ ਰਹਿੰਦਾ ਵਾ। ਸੋ ਇਹ ਚੀਜ਼ਾਂ ਬਹੁਤ ਜ਼ਿਆਦਾ ਜ਼ਰੂਰੀ ਨੇ। ਜਿੱਥੇ ਤੱਕ ਤੁਸੀਂ ਕੀੜਿਆਂ ਦੀਆਂ ਅਤੇ ਬਿਮਾਰੀਆਂ ਦੀ ਗੱਲ ਕਰਦੇ ਹੋ, ਤਾਂ ਸਹੀ ਢੰਗ, ਸਹੀ ਸਮੇਂ 'ਤੇ ਸਹੀ ਤਰੀਕੇ ਦੇ ਨਾਲ ਸਿੰਚਾਈ ਕਰਨਾ ਇਹ ਬਹੁਤ ਜ਼ਿਆਦਾ ਜ਼ਰੂਰੀ ਹੈ। ਅਤੇ ਬਿਲਕੁਲ ਸੰਤੁਲਿਤ ਜਿਹੜੇ ਇਹਨੂੰ ਤੱਤ ਦੇਣੇ ਨੇ ਆਪਾਂ ਨੇ ਸਬਜ਼ੀਆਂ ਨੂੰ, ਉਹ ਬਹੁਤ ਜ਼ਿਆਦਾ ਜ਼ਰੂਰੀ ਨੇ। ਜੇ ਤੁਸੀਂ ਸਿੰਚਾਈ ਜ਼ਿਆਦਾ ਕਰਤੀ ਜਾਂ ਲੋੜ ਤੋਂ ਵੱਧ ਤੱਤਾਂ ਦੀ ਵਰਤੋਂ ਕੀਤੀ, ਤਾਂ ਉਹਦੇ ਵਿੱਚ ਜਿਹੜਾ ਕੀੜਾ ਮਕੌੜਾ ਅਤੇ ਬਿਮਾਰੀਆਂ ਨੇ ਉਹਨਾਂ ਦਾ ਜਿਹੜਾ ਵਾਧਾ ਬਹੁਤ ਜ਼ਿਆਦਾ ਵੱਧ ਜਾਂਦਾ। ਸ਼ੁਰੂ ਤੋਂ ਹੀ ਅਸੀਂ ਧਿਆਨ ਰੱਖਣਾ ਤਾਂ ਕਿ ਬਾਅਦ ਦੇ ਵਿੱਚ ਸਾਨੂੰ ਕੀੜੇ ਮਕੌੜਿਆਂ ਦੀਆਂ ਸਮੱਸਿਆ ਜਾਂ ਬਿਮਾਰੀਆਂ ਦੀਆਂ ਸਮੱਸਿਆ ਤੋਂ ਬਹੁਤਾ ਸਾਨੂੰ ਨੁਕਸਾਨ ਨਾ ਹੋਵੇ। ਬਿਜਾਈ ਵੇਲੇ ਤੋਂ ਹੀ ਅਸੀਂ ਸ਼ੁਰੂ ਕਰ ਦੇਣਾ ਇਹਨਾਂ ਗੱਲਾਂ ਦਾ ਧਿਆਨ ਰੱਖਣਾ। ਖਾਦ ਆ ਜਿਹੜੀ ਉਹ ਵੀ ਘੱਟ ਪਾਉਣੀ ਆ, ਜਿੰਨੀ ਦੱਸੀ ਆ ਯੂਨੀਵਰਸਿਟੀ ਨੇ ਉਨੀ ਪਾਉਣੀ ਆ। ਦਵਾਈ, ਕੋਈ ਵੀ ਨਿਊਟਰੀਐਂਟ ਆ ਜਿਹੜਾ ਦੱਸਿਆ, ਤੱਤ ਦੱਸਿਆ, ਉਹ ਵੀ ਅਸੀਂ ਉਨਾ ਹੀ ਪਾਉਣਾ ਜਿੰਨਾ ਸਾਨੂੰ ਸਿਫਾਰਿਸ਼ ਕੀਤਾ ਹੋਇਆ, ਤਾਂ ਕਿ ਬਾਅਦ ਦੇ ਵਿੱਚ ਕੀੜੇ ਮਕੌੜੇ ਉਸ ਸਬਜ਼ੀ ਦੇ ਉੱਤੇ ਨਾ ਆਉਣ। ਸੋ ਡਾਕਟਰ ਸਾਹਿਬ, ਆਪਾਂ ਇੱਥੇ ਗੱਲ ਕਰੀਏ ਆਉਣ ਵਾਲੇ ਸਮੇਂ ਦੇ ਵਿੱਚ ਬਹੁਤੇ ਕਿਸਾਨ ਵੀਰਾਂ ਨੇ ਆਪਣੇ ਘਰਾਂ ਦੇ ਵਿੱਚ ਥੋੜ੍ਹਾ ਜਿਹਾ ਥਾਂ ਛੱਡਿਆ ਹੁੰਦਾ ਜਿੱਥੇ ਉਹ ਘਰੇਲੂ ਬਗੀਚੀ ਕਰਦੇ ਆ। ਸੋ ਥੋੜ੍ਹੇ ਕਿਸਾਨ ਨੇ ਪੰਜਾਬ ਦੇ ਵਿੱਚ ਜਿਨ੍ਹਾਂ ਨੇ ਕਮਰਸ਼ੀਅਲ ਪੱਧਰ 'ਤੇ ਵੀ ਖੇਤੀ ਇਹ ਕਰਨੀ ਆ, ਸਰਦੀਆਂ ਦੀਆਂ ਸਬਜ਼ੀਆਂ ਲਗਾਉਣੀਆਂ ਨੇ। ਆਪਾਂ ਸਭ ਤੋਂ ਪਹਿਲਾਂ ਹੁਣ ਘਰੇਲੂ ਬਗੀਚੇ ਸੰਬੰਧੀ ਕਿਸਾਨ ਵੀਰਾਂ ਨੂੰ ਥੋੜ੍ਹੀ ਬਹੁਤੀ ਜਾਣਕਾਰੀ ਦਈਏ ਕਿ ਕਿੱਥੋਂ ਉਹ ਬੀਜ ਲੈਣ, ਕਿਵੇਂ ਉਹ ਸ਼ੁਰੂਆਤ ਕਰਨ, ਕਿੱਦਾਂ ਜ਼ਮੀਨ ਦੀ ਤਿਆਰੀ ਕਰਨ, ਕਿਵੇਂ ਲਾਉਣੀ। ਇਸ ਦੇ ਲਈ ਬਹੁਤ ਜ਼ਿਆਦਾ ਜ਼ਰੂਰੀ ਹੈ ਕਿ ਜਿਹੜੀ ਮਿੱਟੀ ਆ, ਸਾਡੀ ਮਿੱਟੀ ਬਹੁਤ ਉਪਜਾਊ ਹੋਣੀ ਚਾਹੀਦੀ ਆ। ਮਿੱਟੀ ਦੀ ਨਮੀ ਸਾਂਭਣ ਦੀ ਯੋਗਤਾ ਹੋਣੀ ਚਾਹੀਦੀ ਆ। ਮਿੱਟੀ ਦੇ ਵਿੱਚ ਹਵਾ ਦਾ ਐਕਸਚੇਂਜ ਆ ਜਿਹੜਾ, ਜਿਹਨੂੰ ਅਸੀਂ ਹਵਾ ਦਾ ਕਹਿੰਦੇ ਆ, ਉਹ ਮਤਲਬ ਕਿ ਬਹੁਤ ਵਧੀਆ ਹੋਣਾ ਚਾਹੀਦਾ। ਮਿੱਟੀ ਦੀ ਜਿਹੜੀ pH ਆ ਉਹ ਲਗਭਗ ਨਿਊਟਰਲ ਦੇ ਬਰਾਬਰ ਹੋਣੀ ਚਾਹੀਦੀ ਆ, 7 ਦੇ ਨੇੜੇ ਹੋਣੀ ਚਾਹੀਦੀ ਆ।
ਜੇਕਰ ਐਦਾਂ ਦੀ ਸਾਨੂੰ ਪ੍ਰੋਬਲਮ ਆਉਂਦੀ ਹੈ ਤੇ ਘਰੇਲੂ ਬਗੀਚੀ ਲਈ ਅਸੀਂ ਸੁਝਾਅ ਦਿੰਦੇ ਹਾਂ ਵੀ ਤੁਸੀਂ 2 ਹਿੱਸੇ ਉਪਜਾਊ ਮਿੱਟੀ ਤੇ 1 ਹਿੱਸਾ ਤੁਸੀਂ ਗਲੀ ਸੜੀ ਰੂੜੀ ਦੀ ਮਤਲਬ ਕਿ ਖਾਦ ਜਾਂ ਗੰਡੋਇਆਂ ਦੀ ਖਾਦ ਤੇ 1 ਹਿੱਸਾ ਤੁਸੀਂ ਰੇਤਲੀ ਮਿੱਟੀ ਮਿਕਸ ਕਰਕੇ ਤੁਸੀਂ ਘਰੇਲੂ ਬਗੀਚੀ ਲਈ ਵਰਤੋ। ਜੇਕਰ ਆਪਾਂ ਨੇ ਵਪਾਰਕ ਪੱਧਰ ਤੇ ਖੇਤੀ ਕਰਨੀ ਆ ਤਾਂ ਅਸੀਂ ਧਿਆਨ ਦੇਣਾ ਵੀ ਸਭ ਤੋਂ ਪਹਿਲਾਂ ਅਸੀਂ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਨਾਲ ਸੰਪਰਕ ਕਰਕੇ ਆਪਣੀ ਮਿੱਟੀ ਦੀ ਟੈਸਟਿੰਗ ਕਰਾਉਣੀ ਆ ਤਾਂ ਕਿ ਅਸੀਂ ਦੇਖਣਾ ਵੀ ਸਾਡੀ ਮਿੱਟੀ ਦੇ ਵਿੱਚ ਕੋਈ ਦੋਸ਼ ਤਾਂ ਨਹੀਂ ਹੈ। ਮੰਨ ਲਓ ਇਹ ਸਾਰਾ ਕੁਝ ਠੀਕ ਹੋ ਗਿਆ ਡਾਕਟਰ ਸਾਹਿਬ, ਇਸ ਤੋਂ ਬਾਅਦ ਆਪਾਂ ਹੁਣ ਸਰਦੀਆਂ ਦੀਆਂ ਸਬਜ਼ੀਆਂ ਦੀ ਕਾਸ਼ਤ ਕਰਨੀ ਹੈ। ਕਿਹੜੀਆਂ ਸਬਜ਼ੀਆਂ ਜਿਨ੍ਹਾਂ ਦੀ ਕਾਸ਼ਤ ਆਪਾਂ ਕਰਨੀ ਹੈ ਤੇ ਉਹਨਾਂ ਦਾ ਬੀਜ ਕਿੱਥੋਂ ਉਪਲਬਧ ਹੋਣਾ? ਦੇਖੋ ਡਾਕਟਰ ਸਾਹਿਬ, ਅਸੀਂ ਲਗਭਗ ਪੰਜਾਬ ਦੇ ਵਿੱਚ 18 ਤਰ੍ਹਾਂ ਦੀਆਂ ਵੱਖ-ਵੱਖ ਤਰ੍ਹਾਂ ਦੀਆਂ ਸਬਜ਼ੀਆਂ ਨੇ ਜਿਹੜੀਆਂ ਅਸੀਂ ਕਾਸ਼ਤ ਕਰ ਸਕਦੇ ਹਾਂ। ਸੋ ਸਾਨੂੰ ਕੋਸ਼ਿਸ਼ ਕਰਨੀ ਚਾਹੀਦੀ ਆ ਵੀ ਇਹਨਾਂ ਸਬਜ਼ੀਆਂ ਦੇ ਲਈ ਜੋ ਸਾਡਾ ਬੀਜ ਆ, ਬੀਜ ਦਾ ਸੋਰਸ ਹੈ ਜਾਂ ਜੋ ਬੀਜ ਦਾ ਸਾਡਾ ਸਰੋਤ ਹੈ, ਉਹ ਅਸੀਂ ਇਹੋ ਜਿਹੀ ਜਗ੍ਹਾ ਤੋਂ ਲਈਏ ਜਿੱਥੋਂ ਸਾਨੂੰ ਮਤਲਬ ਕਿ ਪੂਰੀ ਸਾਡੀ ਸੰਤੁਸ਼ਟੀ ਹੋਵੇ ਵੀ ਸਾਨੂੰ ਸਹੀ ਸਰੋਤ ਤੋਂ ਬੀਜ ਮਿਲ ਰਿਹਾ। ਬਿਲਕੁਲ। ਇਸ ਦੇ ਲਈ ਤੁਸੀਂ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਨਾਲ ਸੰਪਰਕ ਕਰ ਸਕਦੇ ਹੋ ਜਾਂ ICR ਦੇ ਖੋਜ ਕੇਂਦਰ ਨੇ, ਉੱਥੋਂ ਤੁਸੀਂ ਮਤਲਬ ਕਿ ਰੋਗ ਰਹਿਤ ਜਿਹੜਾ ਬੀਜ ਆ ਪ੍ਰਾਪਤ ਕਰ ਸਕਦੇ ਹੋ। ਇਸੇ ਤਰ੍ਹਾਂ ਤੁਸੀਂ ਵੱਖ-ਵੱਖ ਸਾਧਨ ਨੇ ਜਿਵੇਂ ਜਿਹੜੇ ਆਪਣੇ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਦੇ ਵੀ ਕਈ ਜਗ੍ਹਾ ਤੇ ਅਸੀਂ ਵੀ ਪਨੀਰੀ ਪ੍ਰਾਪਤ ਕਰ ਸਕਦੇ ਹਾਂ, ਜਿਹੜੀ ਕਿ ਰੋਗ ਰਹਿਤ ਪਨੀਰੀ ਹੈ ਉਸ ਜਗ੍ਹਾ ਤੋਂ ਪ੍ਰਾਪਤ ਕਰ ਸਕਦੇ ਹਾਂ। ਸੋ ਜਿਹੜਾ ਸਾਡਾ ਮੇਨ ਇਸ ਦੇ ਵਿੱਚ ਮੇਨ ਮੁੱਦਾ ਹੈ, ਉਹ ਸਾਨੂੰ ਕੋਸ਼ਿਸ਼ ਇਹ ਕਰਨੀ ਚਾਹੀਦੀ ਹੈ ਵੀ ਜਿਹੜਾ ਸਬਜ਼ੀਆਂ ਦਾ ਬੀਜ ਆ ਤੇ ਪਨੀਰੀ ਹੈ ਉਹ ਸਾਨੂੰ ਭਰੋਸੇਯੋਗ ਸੂਤਰਾਂ ਤੋਂ ਲੈਣੀ ਚਾਹੀਦੀ ਹੈ, ਜਿਵੇਂ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਜਾਂ ਕੋਈ ਜਿਹੜੇ ਸਰਕਾਰੀ ਅਦਾਰੇ ਨੇ ਉਹਨਾਂ ਦੇ ਖੋਜ ਕੇਂਦਰਾਂ ਤੋਂ, ਤਾਂ ਕਿ ਜਿਹੜਾ ਸਾਡਾ ਬੀਜ ਆ ਉਹ ਰੋਗ ਰਹਿਤ ਹੋਣਾ ਚਾਹੀਦਾ ਜੀ। ਕਿਸਾਨ ਵੀਰੋ, ਦੇਖੋ ਗੱਲ ਇਹ ਹੈ ਵੀ ਸਬਜ਼ੀਆਂ ਦਾ ਬੀਜ ਆ ਜਿਹੜਾ, ਜੇ ਬੀਜ ਨਰਵਾ ਸਾਨੂੰ ਮਿਲੂਗਾ, ਬੀਜ ਕਿਸਮ ਵਾਲਾ ਮਿਲੂਗਾ, ਤਾਂ ਹੀ ਸਾਡੀ ਸਬਜ਼ੀ ਆ ਜਿਹੜੀ ਅੱਗੇ ਵਧੀਆ ਹੋ ਸਕਦੀ ਆ। ਸੋ ਸਰੋਤ ਡਾਕਟਰ ਸਾਹਿਬ ਨੇ ਦੱਸ ਹੀ ਦਿੱਤੇ ਆ। ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਕ੍ਰਿਸ਼ੀ ਵਿਗਿਆਨ ਕੇਂਦਰ, ਖੇਤੀਬਾੜੀ ਯੂਨੀਵਰਸਿਟੀ, ਇੱਕ ਬਾਗਬਾਨੀ ਵਿਭਾਗ ਵੀ ਹੈ ਜਿਨ੍ਹਾਂ ਦੇ ਕੋਲ ਸਬਜ਼ੀਆਂ ਦੀਆਂ ਕਿੱਟਾਂ ਮਿਲ ਜਾਂਦੀਆਂ ਨੇ, ਉਪਲਬਧ ਹੁੰਦੀਆਂ ਨੇ। ਇਹ ਕਿੱਟਾਂ ਤੁਹਾਨੂੰ ਖੇਤੀਬਾੜੀ ਵਿਭਾਗ ਦੇ ਦਫ਼ਤਰਾਂ ਦੇ ਵਿੱਚੋਂ ਵੀ ਮਿਲ ਜਾਂਦੀਆਂ, ਕਿਉਂਕਿ ਬਾਗਬਾਨੀ ਵਿਭਾਗ ਉਹ ਹੀ ਸਾਨੂੰ ਕਿੱਟਾਂ ਖੇਤੀਬਾੜੀ ਵਿਭਾਗ ਦੇ ਵਿੱਚ ਵੀ ਰੱਖ ਕੇ ਕਿਸਾਨ ਵੀਰਾਂ ਨੂੰ ਦੇਣ ਲਈ ਰੱਖ ਦਿੰਦੇ ਆ। ਸੋ ਡਾਕਟਰ ਸਾਹਿਬ, ਬਿਲਕੁਲ ਬੀਜ ਦਾ ਪ੍ਰਬੰਧ ਹੋ ਗਿਆ। ਇਸ ਤੋਂ ਬਾਅਦ ਹੁਣ ਕਿਸਾਨ ਵੀਰਾਂ ਨੇ ਸਬਜ਼ੀਆਂ ਦੀ ਪਨੀਰੀ ਲਾਉਣੀ ਆ। ਥੋੜ੍ਹਾ ਜਿਹਾ ਇਹਦੇ ਸੰਬੰਧੀ ਆਪਾਂ ਉਹਨਾਂ ਨੂੰ ਜਾਣਕਾਰੀ ਦਈਏ ਕਿ ਪਨੀਰੀ ਦਾ ਥੋੜ੍ਹਾ ਖਾਸ ਧਿਆਨ ਰੱਖਣਾ ਮੈਨੂੰ ਲੱਗਦਾ ਹੈ ਨਾ। ਇਹ ਸਬਜ਼ੀਆਂ ਜਿਹੜੀਆਂ ਅੱਗੇ ਲੱਗਣੀਆਂ, ਕਿੰਨੀਆਂ ਸਬਜ਼ੀਆਂ ਜਿਹੜੀਆਂ ਅੱਗੇ ਪਨੀਰੀ ਨਾਲ ਲੱਗਣੀਆਂ ਜਾਂ ਜਿਹੜੀਆਂ ਸਿੱਧੀਆਂ ਲੱਗਣੀਆਂ ਨੇ? ਡਾਕਟਰ ਸਾਹਿਬ ਦੇਖੋ, ਜਿਵੇਂ ਟਮਾਟਰ ਹੋ ਗਿਆ ਜੀ, ਬੈਂਗਣ ਹੋ ਗਿਆ, ਫੁੱਲ ਗੋਭੀ ਹੋ ਗਈ, ਬੰਦ ਗੋਭੀ ਹੋ ਗਈ, ਪਿਆਜ਼ ਹੋ ਗਏ, ਜਿਹੜੀਆਂ ਸਬਜ਼ੀਆਂ ਦੇ ਬੀਜ ਬਹੁਤ ਹੀ ਜ਼ਿਆਦਾ ਸੂਖਮ ਹੁੰਦੇ ਨੇ, ਉਹ ਸਾਨੂੰ ਪਨੀਰੀ ਦੇ ਨਾਲ ਲਗਾਉਣੀਆਂ ਪੈਂਦੀਆਂ ਨੇ। ਦੂਸਰੀਆਂ ਸਬਜ਼ੀਆਂ ਅਸੀਂ ਸਿੱਧੀਆਂ ਵੱਟਾਂ ਉੱਤੇ ਵੀ ਲਗਾ ਸਕਦੇ ਹਾਂ। ਸੋ ਇਸ ਕਰਕੇ ਇਸ ਗੱਲ ਦਾ ਧਿਆਨ ਰੱਖਣਾ ਚਾਹੀਦਾ ਵੀ ਜਿਹੜੀ ਜੋ ਅਸੀਂ ਪਨੀਰੀ ਲਗਾਉਣੀ ਆ ਜੀ, ਪਨੀਰੀ ਲਗਾਉਣ ਤੋਂ ਪਹਿਲਾਂ ਸਾਨੂੰ ਜ਼ਮੀਨ ਨੂੰ ਚੰਗੀ ਤਰ੍ਹਾਂ ਵਾਹ ਕੇ ਖੋਲ੍ਹ ਦੇਣਾ ਚਾਹੀਦਾ ਇੱਕ ਵਾਰੀ, ਤਾਂ ਕਿ ਜੇ ਉਹਦੇ ਵਿੱਚ ਕਿਸੇ ਤਰ੍ਹਾਂ ਦਾ ਕੋਈ ਕੀਟਾਣੂ ਜਾਂ ਜੀਵਾਣੂ ਦੇ ਅੰਸ਼ ਪਏ ਆ ਤਾਂ ਉਹ ਧੁੱਪ ਦੇ ਵਿੱਚ ਨਸ਼ਟ ਹੋ ਜਾਣ। ਉਸ ਤੋਂ ਬਾਅਦ ਸਾਨੂੰ ਬੜੀ ਮਿੱਟੀ ਨੂੰ ਸੂਖਮ ਬਣਾ ਕੇ ਤੇ ਉਸ ਦੇ ਬੈੱਡ ਤਿਆਰ ਕਰ ਲੈਣੇ ਚਾਹੀਦੇ ਆ। ਬੈੱਡ ਦੇ ਉੱਤੇ ਡਾਕਟਰ ਸਾਹਿਬ ਸਾਨੂੰ ਲਾਈਨਾਂ ਲਾ ਲੈਣੀਆਂ ਚਾਹੀਦੀਆਂ ਨੇ 4 ਤੋਂ 5 ਸੈਂਟੀਮੀਟਰ ਦੀ ਦੂਰੀ ਤੇ ਉਸ ਦੇ ਵਿੱਚ ਸਾਨੂੰ ਮਤਲਬ ਕਿ ਬੀਜ ਦੇਣੇ ਚਾਹੀਦੇ ਨੇ। ਬੀਜ ਦਾ ਇੱਕ ਸਬਜ਼ੀਆਂ ਦੇ ਬੀਜ ਦੇ ਵਿੱਚ ਖਿਆਲ ਰੱਖਣਾ ਚਾਹੀਦਾ ਵੀ ਇਹਨਾਂ ਦੇ ਬੀਜ ਬਹੁਤ ਜ਼ਿਆਦਾ ਸੂਖਮ ਹੁੰਦੇ ਨੇ, ਇਸ ਕਰਕੇ ਬੀਜ ਨੂੰ ਜ਼ਿਆਦਾ ਡੂੰਘਾ ਨਹੀਂ ਬੀਜਣਾ ਚਾਹੀਦਾ। ਬੀਜ ਨੂੰ ਬੀਜਣ ਤੋਂ ਬਾਅਦ ਇਸ ਨੂੰ ਗਲੀ ਸੜੀ ਰੂੜੀ ਦੇ ਨਾਲ ਢੱਕ ਦੇਣਾ ਚਾਹੀਦਾ ਵਾ। ਉਸ ਤੋਂ ਬਾਅਦ ਇਹਨੂੰ ਫੁਆਰੇ ਦੇ ਨਾਲ ਇਹਨਾਂ ਕਿਆਰੀਆਂ ਨੂੰ ਜਿਨ੍ਹਾਂ ਦੇ ਵਿੱਚ ਆਪਾਂ ਪਨੀਰੀ ਬੀਜੀ ਆ, ਬੀਜ ਬੀਜਿਆ, ਉਸ ਨੂੰ ਫੁਆਰੇ ਦੇ ਨਾਲ ਪਾਣੀ ਲਗਾ ਦੇਣਾ ਚਾਹੀਦਾ। ਜਦੋਂ ਇਹ ਪਨੀਰੀ ਆਪਣੀ ਉੱਗ ਖੜਦੀ ਆ ਤੇ 4 ਤੋਂ 6 ਹਫ਼ਤਿਆਂ ਦੀ ਹੋ ਜਾਂਦੀ ਆ ਤੇ ਇਹ ਆਪਣੇ ਆਪਣੇ ਮੁੱਖ ਖੇਤ ਦੇ ਵਿੱਚ ਲਗਾਉਣ ਲਈ ਤਿਆਰ ਹੋ ਜਾਂਦੀ। ਡਾਕਟਰ ਸਾਹਿਬ, ਆਪਾਂ ਗੱਲ ਕਰੀਏ ਇੱਥੇ ਖੇਤਾਂ ਦੇ ਵਿੱਚ ਪਨੀਰੀ ਕਿਸਾਨ ਵੀਰ ਲਾ ਦਿੰਦੇ ਆ, ਉਸ ਤੋਂ ਬਾਅਦ ਥੋੜ੍ਹਾ ਜਿਹਾ ਸਮੱਸਿਆਵਾਂ ਦਾ ਉਹਨਾਂ ਨੂੰ ਸਾਹਮਣਾ ਕਰਨਾ ਪੈਂਦਾ, ਤੇ ਸਾਨੂੰ ਇਹ ਦੱਸੋ ਕਿ ਖੇਤਾਂ ਦੇ ਵਿੱਚ ਲਾਉਣ ਲੱਗੇ ਵੀ ਕੋਈ ਖਾਸ ਧਿਆਨ ਰੱਖਣਾ ਆਪਾਂ? ਡਾਕਟਰ ਸਾਹਿਬ, ਖੇਤਾਂ ਦੇ ਵਿੱਚ ਵੀ ਪਨੀਰੀ ਲਾਉਣ ਦੇ ਸਮੇਂ ਆਪਾਂ ਨੇ ਜਦੋਂ ਵੀ ਪਨੀਰੀ ਟਰਾਂਸਪਲਾਂਟ ਕਰਨੀ ਆ, ਖੇਤ ਦੇ ਵਿੱਚ ਲਾਉਣੀ ਆ, ਇੱਕ ਚੀਜ਼ ਦਾ ਖਿਆਲ ਰੱਖਣਾ, ਆਪਾਂ ਨੇ ਸ਼ਾਮ ਦੇ ਵੇਲੇ ਪਨੀਰੀ ਲਗਾਉਣੀ ਆ ਖੇਤਾਂ ਦੇ ਵਿੱਚ। ਉਸ ਟਾਈਮ 'ਤੇ ਅਸੀਂ ਲਗਾਉਣ ਤੋਂ ਬਾਅਦ ਇੱਕਦਮ ਉਹਨਾਂ ਨੂੰ ਖੇਤਾਂ ਨੂੰ ਪਾਣੀ ਦੇ ਦੇਣਾ ਵਾ, ਤਾਂ ਜੋ ਜਿਹੜਾ ਸਾਡਾ ਖੇਤ ਦੇ ਵਿੱਚ ਪਨੀਰੀ ਦਾ ਜਿਹੜਾ ਸਟੈਂਡ ਆ, ਪਨੀਰੀ ਤੋਂ ਬੂਟਿਆਂ ਦਾ ਜਿਹੜਾ ਸਟੈਂਡ ਆ ਸਾਡਾ, ਉਹ ਬੜਾ ਅੱਛਾ ਬਣੇ। ਤੇ ਅਸੀਂ ਕੋਸ਼ਿਸ਼ ਕਰਨੀ ਆ ਵੀ ਜਿਹੜੀ ਪਨੀਰੀ ਪੁੱਟ ਕੇ ਲਾਉਣੀ ਆ ਉਹ ਜਲਦੀ ਤੋਂ ਜਲਦੀ ਅਸੀਂ ਲਾ ਦੇਣੀ ਆ। ਇਸ ਤਰ੍ਹਾਂ ਨਹੀਂ ਵੀ ਅਸੀਂ ਪਨੀਰੀ ਪੱਟ ਲਈ ਆ ਤੇ ਉਹ ਪਈ ਸਾਡੇ ਖੇਤ ਦੇ ਵਿੱਚ ਸੁੱਕੀ ਜਾਂਦੀ ਆ।
ਪਨੀਰੀ ਕੋਸ਼ਿਸ਼ ਕਰਨਾ ਵੀ ਅਸੀਂ ਬੂਟੇ ਜਿਹੜੇ ਨੇ ਸਾਡੇ ਉਹ ਤੰਦਰੁਸਤ ਬੂਟੇ ਚੁਣੀਏ ਤੇ ਉਹਨਾਂ ਦੀਆਂ ਜੜ੍ਹਾਂ ਕਾਫੀ ਜ਼ਿਆਦਾ ਹੋਣ। ਜਿੰਨੀਆਂ ਜੜ੍ਹਾਂ ਵਾਲੇ ਬੂਟੇ ਹੋਣਗੇ ਉਨਾ ਹੀ ਡਾਕਟਰ ਸਾਹਿਬ ਸਾਡਾ ਜਿਹੜਾ ਸਬਜ਼ੀ ਦਾ ਜਾਂ ਖੇਤ ਦਾ ਜਿਹੜਾ ਸਟੈਂਡ ਆ, ਬੂਟਿਆਂ ਦਾ ਸਟੈਂਡ ਆ ਜਿਹੜਾ, ਉਹ ਬੜਾ ਅੱਛਾ ਹੋਏਗਾ ਜੀ। ਜੇ ਸਾਨੂੰ ਪਨੀਰੀ ਦੇ ਵਿੱਚੋਂ ਜੜ੍ਹਾਂ ਬੂਟਿਆਂ ਦੀਆਂ ਵਧੀਆ ਹੋਣਗੀਆਂ ਤਾਂ ਅੱਗੇ ਜਾ ਕੇ ਸਬਜ਼ੀ ਹੈ ਜਿਹੜੀ ਉਹ ਬਹੁਤ ਵਧੀਆ, ਉਹ ਖੇਤ ਦੇ ਵਿੱਚ ਵੀ ਜਾ ਕੇ ਕਾਮਯਾਬ ਬੂਟਾ ਹੋਊਗਾ ਤੇ ਵਧੀਆ ਭਰਪੂਰ ਸਬਜ਼ੀ ਲਈ ਜਾ ਸਕਦੀ ਹੈ। ਡਾਕਟਰ ਸਾਹਿਬ, ਇੱਕ ਤਾਂ ਹੈ ਖੁੱਲੀ ਖੇਤੀ ਕਰਨੀ ਆਪਾਂ ਸੂਰਜ ਦੀ ਰੋਸ਼ਨੀ ਦੇ ਥੱਲੇ, ਇੱਕ ਢੱਕਵੀਂ ਖੇਤੀ ਅੱਜ ਕੱਲ੍ਹ ਬੜੀ ਚੱਲਦੀ ਆ। ਥੋੜ੍ਹਾ ਜਿਹਾ ਉਹਦੇ ਸੰਬੰਧੀ ਵੀ ਗਿਆਨ ਦਿਓ ਕਿਸਾਨ ਵੀਰਾਂ ਨੂੰ, ਕਿਉਂਕਿ ਅੱਜ ਕੱਲ੍ਹ ਬਾਗਬਾਨੀ ਵਿਭਾਗ ਵੀ ਕਾਫੀ ਉਹਦੇ 'ਤੇ ਜ਼ੋਰ ਦੇ ਰਿਹਾ ਆ। ਢੱਕਵੀਂ ਖੇਤੀ ਕੀ ਹੈ ਤੇ ਕਿਸ ਤਰ੍ਹਾਂ ਇਹਨੂੰ ਕੀਤਾ ਜਾ ਸਕਦਾ? ਦੇਖੋ ਜੀ, ਜਿਹੜੀ ਇਹ ਢੱਕਵੀਂ ਖੇਤੀ ਆ ਇਹਨੂੰ ਅਸੀਂ ਸੁਰੱਖਿਅਤ ਖੇਤੀ ਵੀ ਕਹਿੰਦੇ ਆ ਜੀ। ਇਹ ਇਸ ਸਮੇਂ ਅਸੀਂ ਉਸ ਫਸਲਾਂ ਲਈ ਜਾਂ ਉਸ ਸਬਜ਼ੀਆਂ ਲਈ ਕਰ ਰਹੇ ਹਾਂ ਜਿੱਥੇ ਸਾਨੂੰ ਕਿ ਉੱਚ ਮਿਆਰੀ ਦੀਆਂ ਤੇ ਜਾਂ ਬਹੁਤ ਵਧੀਆ ਮਿਆਰ ਦੀਆਂ ਜਿਹੜੀਆਂ ਸਬਜ਼ੀਆਂ ਤਿਆਰ ਕਰਨੀਆਂ ਹੁੰਦੀਆਂ ਨੇ, ਜਾਂ ਜਿੱਥੇ ਸਾਡੇ ਕੋਲ ਜਿਹੜੇ ਕੁਦਰਤੀ ਸੋਮੇ ਨੇ ਬਹੁਤ ਜ਼ਿਆਦਾ ਘੱਟ ਨੇ ਤੇ ਉਹਨਾਂ ਦੀ ਅਸੀਂ ਪ੍ਰੋਪਰ ਜਿਹੜੀ ਉਹਨਾਂ ਦੀ ਮੈਨੇਜਮੈਂਟ ਕਰਨੀ ਆ, ਉੱਥੇ ਇਹ ਅਸੀਂ ਜਿਹੜੀ ਸੁਰੱਖਿਅਤ ਖੇਤੀ ਕਰਦੇ ਹਾਂ ਤਾਂ ਉੱਚ ਮਿਆਰੀ ਦੀਆਂ ਜਿਹੜੀਆਂ ਸਬਜ਼ੀਆਂ ਨੇ ਉਹ ਪੈਦਾ ਕਰਕੇ ਉਹ ਅਸੀਂ ਬਾਜ਼ਾਰ ਦੇ ਵਿੱਚ ਸਮੇਂ ਨਾਲੋਂ ਪਹਿਲਾਂ ਲਿਆ ਸਕਦੇ ਹਾਂ ਤੇ ਇਹਨਾਂ ਨੂੰ ਅਸੀਂ ਬਾਹਰਲੇ ਦੇਸ਼ਾਂ ਨੂੰ ਵੀ ਭੇਜ ਸਕਦੇ ਹਾਂ। ਸੋ ਇਹਦੇ ਵਿੱਚ ਡਾਕਟਰ ਸਾਹਿਬ ਸਾਡੇ ਕੋਲ ਦੋ ਚੀਜ਼ਾਂ ਨੇ, ਇੱਕ ਤਾਂ ਪੋਲੀਨੈਟ ਹਾਊਸ ਤੇ ਇੱਕ ਪੋਲੀ ਹਾਊਸ। ਉਹ ਮੇਰਾ ਖਿਆਲ ਕਿਸਾਨ ਵੀਰਾਂ ਨੇ ਦੇਖਿਆ ਵਾ ਸਾਰਿਆਂ ਨੇ, ਤੇ ਵੱਡੇ ਪੱਧਰ ਤੇ ਕਿਸਾਨ ਵੀਰ ਕੰਮ ਵੀ ਕਰ ਰਹੇ ਨੇ ਉਸ ਤੇ ਸਾਡਾ ਨਾਲ ਦਾ ਹੀ ਵਿਭਾਗ ਬਾਗਬਾਨੀ ਵਿਭਾਗ ਪੰਜਾਬ ਉਹਦੇ ਤੇ ਸਬਸਿਡੀ ਵੀ ਦੇ ਰਿਹਾ ਜੀ। ਕਹਿਣ ਦਾ ਭਾਵ ਕਿ ਢੱਕਵੀਂ ਖੇਤੀ ਲਈ ਲੈਣੀ ਆ ਜਾਂ ਸੁਰੱਖਿਅਤ ਖੇਤੀ ਲਈ ਲੈਣੀ ਆ ਤਾਂ ਤੁਹਾਨੂੰ ਬਾਗਬਾਨੀ ਮਹਿਕਮੇ ਨਾਲ ਸੰਪਰਕ ਕਰਨਾ ਬਹੁਤ ਜ਼ਰੂਰੀ ਆ, ਕਿਉਂਕਿ ਇਹ ਹੈ ਮਹਿੰਗਾ ਪ੍ਰੋਜੈਕਟ ਹੈ ਤੇ ਇਹਦੇ ਲਈ ਸਬਸਿਡੀ ਹੈ ਜਿਹੜੀ ਉਹੀ ਵਿਭਾਗ ਪ੍ਰੋਵਾਈਡ ਕਰ ਰਿਹਾ। ਕੋਸ਼ਿਸ਼ ਕਰੋ ਆਪਣੇ ਨੇੜੇ ਦੇ ਕਿਸੇ ਵੀ ਬਾਗਬਾਨੀ ਮਹਿਕਮੇ ਦੇ ਅਧਿਕਾਰੀ ਨਾਲ ਸੰਪਰਕ ਕੀਤਾ ਜਾਵੇ। ਡਾਕਟਰ ਸਾਹਿਬ, ਸਬਜ਼ੀ ਖੇਤ ਦੇ ਵਿੱਚ ਹੋ ਜਾਂਦੀ ਹੈ, ਕਿਸਾਨ ਵੀਰ ਅਣਦੇਖੇ ਨਾ ਕਈ ਵਾਰੀ ਮੰਡੀ ਦੇਖੇ ਉਹ ਆਪਣੇ ਖੇਤ ਨੂੰ ਮੈਨੇਜ ਕਰ ਲੈਂਦਾ ਕਿ ਮੈਂ ਆਹ ਸਬਜ਼ੀ ਇਸ ਵਾਰ ਲਾਉਣੀ ਆ। ਸੋ ਥੋੜਾ ਜਿਹਾ ਇਹ ਵੀ ਦੱਸੋ ਕਿ ਮਾਰਕੀਟਿੰਗ ਇਹਦੀ ਆਪਾਂ ਕਿਵੇਂ ਕਰਨੀ ਆ? ਕਿਸਾਨ ਆਮ ਕਰਕੇ ਇੱਕ ਦੂਜੇ ਤੋਂ ਬਹੁਤ ਪ੍ਰਭਾਵਿਤ ਹੁੰਦੇ ਆ। ਮੈਂ ਆਲੂ ਬੀਜ ਰਿਹਾ ਤਾਂ ਮੇਰੇ ਨਾਲ ਦਾ ਵੀ ਆਲੂ ਬੀਜ ਰਿਹਾ, ਉਹਦੇ ਨਾਲ ਦਾ ਵੀ ਆਲੂ ਬੀਜ ਰਿਹਾ। ਸੋ ਇੱਥੇ ਮੈਂ ਕਿਸਾਨ ਵੀਰਾਂ ਨੂੰ ਇਹ ਗੱਲ ਦੱਸਣੀ ਚਾਹਾਂਗਾ ਵੀ ਜੋ ਵੀ ਤੁਸੀਂ ਸਬਜ਼ੀ ਦਾ ਤੁਸੀਂ ਖੇਤੀ ਕਰਨੀ ਆ, ਤੁਸੀਂ ਮਹਿਕਮਾ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਨਾਲ, ਬਾਗਬਾਨੀ ਵਿਭਾਗ ਦੇ ਨਾਲ ਸੰਪਰਕ ਕਰਕੇ ਕਰਨੀ ਆ। ਦੂਸਰਾ, ਤੁਸੀਂ ਜਿਹੜਾ ਮਾਰਕੀਟ ਦੀ ਚੰਗੀ ਤਰ੍ਹਾਂ ਤੁਸੀਂ ਸਟੱਡੀ ਕਰਕੇ ਮਾਰਕੀਟ ਦੇ ਵਿੱਚ ਸਾਡੀ ਕਿਸ ਚੀਜ਼ ਦੀ ਡਿਮਾਂਡ ਆਉਣੀ ਆ ਤੇ ਕਿਹੜੇ ਸਮੇਂ ਤੇ ਅਸੀਂ ਉਸ ਦੀ ਬਿਜਾਈ ਕਰ ਸਕਦੇ ਹਾਂ। ਜਿਵੇਂ ਆਪਾਂ ਫੁੱਲ ਗੋਭੀ ਦੀ ਗੱਲ ਕਰ ਲਈਏ, ਜਦੋਂ ਆਪਾਂ ਜੁਲਾਈ ਦੇ ਅਖੀਰ ਤੋਂ ਫੁੱਲ ਗੋਭੀ ਦੀ ਬਿਜਾਈ ਕਰਦੇ ਹਾਂ ਤਾਂ ਉਹ ਮਾਰਕੀਟ ਦੇ ਵਿੱਚ ਉਸ ਹਿਸਾਬ ਨਾਲ ਆ ਜਾਂਦੀ ਆ ਜਦੋਂ ਉਸ ਟਾਈਮ ਤੇ ਫੁੱਲ ਗੋਭੀ ਨਹੀਂ ਹੁੰਦੀ ਹੈ ਜੀ। ਸੋ ਉਸ ਦੇ ਵਿੱਚ ਸਾਨੂੰ ਚੰਗੇ ਜਿਹੜੇ ਭਾਅ ਨੇ ਮਿਲ ਜਾਂਦੇ ਨੇ। ਸੋ ਇੱਥੇ ਮੈਂ ਇਹੀ ਗੱਲ ਕਰਨੀ ਚਾਹਾਂਗਾ ਤੁਹਾਡੇ ਨਾਲ ਵੀ ਜਿਹੜੀ ਇਹ ਚੀਜ਼ਾਂ ਨੇ ਮਾਰਕੀਟ ਦੀਆਂ ਜਾਂ ਮੰਡੀਕਰਨ ਦੀਆਂ, ਇਹਦੇ ਵਿੱਚ ਕਿਸਾਨ ਨੂੰ ਥੋੜ੍ਹਾ ਜਿਹਾ ਜਾਗਰੂਕ ਹੋਣਾ ਪਏਗਾ। ਉਸ ਨੂੰ ਮਾਰਕੀਟ ਨੂੰ ਸਟੱਡੀ ਕਰਕੇ ਹੀ ਉਸ ਦੀ ਖੇਤੀ ਕਰਨੀ ਪਏਗੀ ਜਿਸ ਦੀ ਡਿਮਾਂਡ ਲੱਗ ਰਹੀ ਆ, ਨਾ ਕਿ ਉਹਨੂੰ ਨਾਲ ਦੇ ਨੂੰ ਦੇਖ ਕੇ ਨਾਲ ਦਾ ਕਿਸਾਨ ਜੇ ਆਲੂ ਬੀਜ ਰਿਹਾ ਤਾਂ ਮੈਂ ਵੀ ਆਲੂ ਬੀਜਣਾ ਵਾ, ਜੇ ਉਹ ਫੁੱਲ ਗੋਭੀ ਬੀਜ ਰਿਹਾ ਤਾਂ ਫੁੱਲ ਗੋਭੀ ਬੀਜ ਦੇਵਾਂ ਮੈਂ। ਉਸ ਦੇ ਨਾਲ ਡਾਕਟਰ ਸਾਹਿਬ ਕੀ ਹੁੰਦਾ, ਇੱਕੋ ਦਮ ਬਹੁਤਾਤ ਦੇ ਵਿੱਚ ਸਾਡੇ ਕੋਲ ਮੰਡੀ ਦੇ ਵਿੱਚ ਸਬਜ਼ੀ ਆ ਜਾਂਦੀ ਹੈ ਤੇ ਜਿਸ ਨਾਲ ਸਾਨੂੰ ਉਹਦਾ ਪੂਰਾ ਭਾਅ ਨਹੀਂ ਮਿਲ ਸਕਦਾ। ਕਈ ਵਾਰੀ ਨਾ ਕਿਸਾਨ ਕੀ ਕਰਦੇ ਆ ਕਿ ਸਾਰੇ ਦਾ ਸਾਰਾ ਖੇਤ ਜਾਂ 2 ਜਾਂ 3 ਕਿੱਲੇ ਗੋਭੀ ਇਕੱਠੀ ਇੱਕੋ ਦਿਨ ਜੜ ਦਿੰਦੇ ਆ। ਕੀ ਇੱਕੋ ਦਿਨ ਜੜਨੀ ਚਾਹੀਦੀ ਹੈ ਜਾਂ ਸਾਨੂੰ ਥੋੜਾ ਰਕਬਾ ਹਫਤੇ ਦੇ ਵਕਫੇ ਨਾਲ ਲਾਉਣਾ ਚਾਹੀਦਾ? ਕਿਉਂਕਿ ਫਿਰ ਸਬਜ਼ੀ ਇੱਕ ਵਾਰ ਆ ਜਾਂਦੀ ਆ, ਜਦੋਂ ਇੱਕ ਵਾਰ ਆਉਂਦੀ ਆ ਤਾਂ ਉਹ ਵੀ ਉਹਨੇ ਦੀ ਮੰਡੀ ਕਰਨੀ ਹੁੰਦਾ ਜਿੰਨਾ ਖਰਚਾ ਆ ਜਾਂਦਾ। ਸੋ ਕੀ ਕਹਿਣਾ ਚਾਹੋਗੇ ਇਸ ਸੰਬੰਧੀ? ਦੇਖੋ ਕਿਸਾਨ ਵੀਰੋ, ਸਾਨੂੰ ਸਾਰਾ ਖੇਤ ਇੱਕ ਦਿਨ ਹੀ ਨਹੀਂ ਬੀਜਣਾ ਚਾਹੀਦਾ। ਹਾਂ, ਇਸ ਦੇ ਸੰਬੰਧ ਦੇ ਵਿੱਚ ਮੈਂ ਤੁਹਾਨੂੰ ਇਹ ਕਹਾਂਗਾ, ਸੁਝਾਅ ਦੇਵਾਂਗਾ ਕਿ ਵੀ ਜਿੱਥੇ ਵੀ ਤੁਸੀਂ ਕੋਈ ਸਬਜ਼ੀ ਬੀਜਣੀ ਆ ਉਹਨੂੰ 15 ਦਿਨਾਂ ਦੇ ਅੰਤਰ ਤੇ ਬੀਜੋ। ਜੇ ਤੁਸੀਂ ਖੇਤ ਫੁੱਲ ਗੋਭੀ ਦਾ ਬੀਜਣਾ ਚਾਹੁੰਦੇ ਹੋ, ਅੱਜ ਇੱਕ ਖੇਤ ਫੁੱਲ ਗੋਭੀ ਦਾ ਬੀਜੋ, ਉਸ ਤੋਂ 15 ਦਿਨਾਂ ਬਾਅਦ ਫੇਰ ਬੀਜੋ, ਉਸ ਤੋਂ 15 ਦਿਨਾਂ ਬਾਅਦ ਫੇਰ ਬੀਜੋ। ਡਾਕਟਰ ਸਾਹਿਬ, ਇੱਕ ਸਾਨੂੰ ਇਹ ਜ਼ਰੂਰ ਦੱਸੋ, ਖੇਤਾਂ ਦੇ ਵਿੱਚ ਕਈ ਵਾਰੀ ਅਸੀਂ ਦੇਖਿਆ ਕਿ ਲਾਈਨਾਂ ਦੇ ਵਿੱਚ ਪੋਲੀਥੀਨ ਨਾਲ ਸਬਜ਼ੀਆਂ ਢੱਕ ਕੇ ਬੀਜੀਆਂ ਹੁੰਦੀਆਂ ਨੇ, ਇਹ ਕੀ ਚੀਜ਼ ਹੈ? ਇਹਨੂੰ ਕੀ ਕਹਿੰਦੇ ਆਪਾਂ? ਡਾਕਟਰ ਸਾਹਿਬ, ਇਸ ਨੂੰ ਅਸੀਂ ਅੰਗਰੇਜ਼ੀ ਦੇ ਵਿੱਚ ਲੋ ਟਨਲ ਟੈਕਨੋਲੋਜੀ ਕਹਿੰਦੇ ਹਾਂ, ਜਾਂ ਇਸ ਨੂੰ ਅਸੀਂ ਕਹਿ ਸਕਦੇ ਹਾਂ ਵੀ ਖਾਲੀਆਂ ਦੇ ਵਿੱਚ ਮਤਲਬ ਕਿ ਸਬਜ਼ੀਆਂ ਦਾ ਬੀਜਣਾ। ਇਹ ਜ਼ਿਆਦਾਤਰ ਡਾਕਟਰ ਸਾਹਿਬ ਅਸੀਂ ਗਰਮੀ ਦੀਆਂ ਸਬਜ਼ੀਆਂ ਦੇ ਲਈ, ਗਰਮੀ ਦੀਆਂ ਸਬਜ਼ੀਆਂ ਨੂੰ ਮੰਡੀ ਦੇ ਵਿੱਚ ਅਗੇਤੇ ਤੌਰ 'ਤੇ ਲਿਆਉਣ ਦੇ ਲਈ ਕਰਦੇ ਹਾਂ। ਸੋ ਇਸ ਦੇ ਵਿੱਚ ਖੇਤਾਂ ਦੇ ਵਿੱਚ ਖਾਲੀਆਂ ਪੁੱਟ ਲਈ ਜਾਂਦੀਆਂ ਨੇ ਤੇ ਉਸ ਦੇ ਵਿੱਚ ਸਬਜ਼ੀਆਂ ਨੇ ਜਿਹੜੀਆਂ ਉਗਾਈਆਂ ਜਾਂਦੀਆਂ ਨੇ। ਸੋ ਇਹਨਾਂ ਸਬਜ਼ੀਆਂ ਨੂੰ ਅਸੀਂ ਪੋਲੀਥੀਨ ਦੇ ਨਾਲ ਢੱਕ ਦਿੰਦੇ ਹਾਂ। ਤਾਪਮਾਨ ਘੱਟ ਹੋਣ ਕਰਕੇ
ਉਹ ਜਿਹੜਾ ਪੋਲੀਥੀਨ ਦੇ ਨਾਲ ਜਿਹੜਾ ਸਬਜ਼ੀਆਂ ਦੇ ਆਸੇ-ਪਾਸੇ ਤਾਪਮਾਨ ਆ, ਬੂਟਿਆਂ ਦੇ ਆਸੇ-ਪਾਸੇ ਤਾਪਮਾਨ ਵੱਧ ਜਾਂਦਾ ਵਾ। ਸੋ ਉਸ ਦੇ ਨਾਲ ਉਹਨਾਂ ਦੀ ਚੰਗੀ ਜਿਹੜਾ ਵਾਧਾ ਤੇ ਪੈਦਾਵਾਰ ਆ ਜਿਹੜਾ ਬਹੁਤ ਜ਼ਿਆਦਾ ਚੰਗੀ ਹੁੰਦੀ ਆ। ਇਸ ਦੇ ਨਾਲ ਅਸੀਂ ਜਿਹੜੀਆਂ ਗਰਮੀਆਂ ਵਾਲੀਆਂ ਸਬਜ਼ੀਆਂ ਨੇ ਉਹਨਾਂ ਨੂੰ 1 ਤੋਂ ਡੇਢ ਮਹੀਨਾ ਪਹਿਲਾਂ ਮੰਡੀ ਦੇ ਵਿੱਚ ਲਿਆ ਸਕਦੇ ਹਾਂ, ਜਿਸ ਦੇ ਨਾਲ ਸਾਨੂੰ ਬਹੁਤ ਹੀ ਵਾਜਬ ਭਾਅ ਮਿਲ ਜਾਂਦਾ ਵਾ। ਕਹਿਣ ਦਾ ਭਾਵ ਵੀ ਅਗੇਤੀ ਸਬਜ਼ੀ ਕਰਨੀ ਆ, ਹਾਂਜੀ, ਕੋਈ ਵੀ ਅਗੇਤੀ ਸਬਜ਼ੀ ਕਰਨੀ ਆ, ਟੈਂਪਰੇਚਰ ਆ ਜਿਹੜਾ ਉਹਦੇ ਨਾਲ ਮੇਨਟੇਨ ਹੋ ਜਾਂਦਾ ਆ, ਤੇ ਇਸ ਲਈ ਆਪਾਂ ਉਹ ਜਿਹੜੀ ਢੱਕਵੀਂ ਖੇਤੀ ਕਰ ਸਕਦੇ ਆ, ਲੋ ਟਨਲ ਖੇਤੀ ਕਰ ਸਕਦੇ ਆ। ਸੋ ਕਿਸਾਨ ਵੀਰੋ ਦੇਖੋ, ਅਸੀਂ ਕਿਹੜੀ ਖੇਤੀ ਕਰਨੀ ਇਹ ਵੀ ਸਾਨੂੰ ਜਾਣਕਾਰੀ ਵਿਭਾਗਾਂ ਤੋਂ ਹੀ ਮਿਲਣੀ ਆ, ਚਾਹੇ ਤਾਂ ਸਾਡੇ ਕ੍ਰਿਸ਼ੀ ਵਿਗਿਆਨ ਕੇਂਦਰ ਹੋ ਗਏ, ਚਾਹੇ ਬਾਗਵਾਨੀ ਵਿਭਾਗ ਹੋਇਆ, ਸਾਨੂੰ ਜ਼ਰੂਰ ਉਹਨਾਂ ਦੇ ਨਾਲ ਸੰਪਰਕ ਕਰਨਾ ਚਾਹੀਦਾ ਆ। ਡਾਕਟਰ ਸਾਹਿਬ, ਜਦੋਂ ਸਬਜ਼ੀ ਲੈਣ ਲੱਗ ਜਾਂਦੀ ਆ, ਥੋੜਾ ਜਿਹਾ ਮਾਰਕੀਟਿੰਗ ਦੇ ਨੁਕਤੇ ਜ਼ਰੂਰ ਸਾਡੇ ਕਿਸਾਨ ਵੀਰਾਂ ਨਾਲ ਸਾਂਝੇ ਕਰੋ। ਡਾਕਟਰ ਸਾਹਿਬ, ਜਿਵੇਂ ਮੈਂ ਤੁਹਾਡੇ ਨਾਲ ਪਹਿਲਾਂ ਵੀ ਗੱਲ ਕੀਤੀ ਆ, ਮੰਡੀਕਰਨ ਦੇ ਵਿੱਚ ਸਾਨੂੰ ਸਭ ਤੋਂ ਪਹਿਲਾਂ ਸਾਰਿਆਂ ਤੋਂ ਪਹਿਲਾਂ ਚੀਜ਼ ਦਾ ਜਿਹੜੀ ਦਾ ਖਿਆਲ ਰੱਖਣਾ ਚਾਹੀਦਾ ਵੀ ਅਸੀਂ ਸਬਜ਼ੀ ਕਿਹੜੀ ਬੀਜਣੀ ਆ, ਕਿਹੜੀ ਸਬਜ਼ੀ ਦੀ ਸਾਨੂੰ ਆਉਣ ਵਾਲੇ ਟਾਈਮ ਦੇ ਵਿੱਚ ਸਾਨੂੰ ਅੱਛਾ ਭਾਅ ਦਵਾ ਸਕਦੀ ਆ। ਨੰਬਰ 2 ਤੇ ਜਿਵੇਂ ਆਪਾਂ ਡਾਕਟਰ ਸਾਹਿਬ ਪਹਿਲਾਂ ਹੀ ਗੱਲ ਕੀਤੀ ਆ ਵੀ ਜਿਹੜੀ ਸਬਜ਼ੀ ਆ ਸਾਰੀ ਇੱਕਦਮ ਇੱਕ ਤਰ੍ਹਾਂ ਦੀ ਸਬਜ਼ੀ ਇਕੱਠੀ ਨਹੀਂ ਬੀਜਣੀ, ਉਹ ਤੁਸੀਂ 15 ਤੋਂ 20 ਦਿਨ ਦੇ ਵਕਫੇ ਤੇ ਬੀਜਣੀ ਆ। ਉਸ ਤੋਂ ਬਾਅਦ ਸਾਡੇ ਕੋਲ ਜਿਹੜੀਆਂ ਦੂਸਰੀਆਂ ਜਿਵੇਂ ਗਰਮੀਆਂ ਦੀ ਸਬਜ਼ੀਆਂ ਦੇ ਵਿੱਚ ਅਸੀਂ ਲੋ ਟਨਲ ਟੈਕਨੋਲੋਜੀ ਦੀ ਗੱਲ ਕਰਦੇ ਹਾਂ, ਉਸ ਦੇ ਨਾਲ ਅਸੀਂ 1 ਤੋਂ ਡੇਢ ਮਹੀਨਾ ਪਹਿਲਾਂ ਸਬਜ਼ੀ ਆ ਜਿਹੜੀ ਮਾਰਕੀਟ ਦੇ ਵਿੱਚ ਲਿਆ ਸਕਦੇ ਹਾਂ। ਸੋ ਇਹ 3-4 ਤਰੀਕੇ ਹਨ ਡਾਕਟਰ ਸਾਹਿਬ, ਜਿਹਦੇ ਨਾਲ ਅਸੀਂ ਮੰਡੀਕਰਨ ਦੇ ਵਿੱਚ ਜਿਹੜਾ ਬੜਾ ਹੀ ਸਹਾਈ ਕੰਮ ਕਰ ਸਕਦੇ ਹਾਂ। ਕਿਉਂਕਿ ਜੇ ਅਸੀਂ ਇੱਕਦਮ ਸਬਜ਼ੀ ਸਾਰੀ ਇਕੱਠੀ ਬੀਜਤੀ, ਇੱਕ ਤਰ੍ਹਾਂ ਦੀ ਸਬਜ਼ੀ ਬੀਜਤੀ, ਸੋ ਉਹਦੇ ਨਾਲ ਕੀ ਹੁੰਦਾ, ਜਿਹੜਾ ਸਬਜ਼ੀਆਂ ਦਾ ਮਾਰਕੀਟ ਦੇ ਵਿੱਚ ਇੱਕਦਮ ਵਾਧਾ ਹੋ ਜਾਂਦਾ ਤੇ ਉਸ ਦੇ ਨਾਲ ਸਾਨੂੰ ਜਿਹੜਾ ਪੂਰਾ ਭਾਅ ਨਹੀਂ ਮਿਲ ਪਾਉਂਦਾ, ਤੇ ਜਿਸ ਦੇ ਨਾਲ ਸਾਡਾ ਜਿਹੜਾ ਕਿਸਾਨ ਆ ਉਹ ਨਿਰਾਸ਼ ਹੋ ਜਾਂਦਾ। ਸੋ ਮੈਂ ਇਹੀ ਬਾਰ-ਬਾਰ ਬੇਨਤੀ ਕਰਾਂਗਾ ਕਿਸਾਨਾਂ ਨੂੰ ਵੀ ਜਿਹੜੀ ਸਬਜ਼ੀ ਆ ਤੁਸੀਂ ਅਲੱਗ-ਅਲੱਗ ਬੀਜਣੀ ਆ, ਦਿਨਾਂ ਦਾ ਵਕਫਾ ਪਾਉਣਾ ਵਾ। ਸੋ ਜਿਹੜੀ ਟੈਕਨੋਲੋਜੀ ਲੋ ਟਨਲ ਟੈਕਨੋਲੋਜੀ ਅਪਣਾ ਕੇ ਉਹਨੂੰ ਮਾਰਕੀਟ ਦੇ ਵਿੱਚ ਅਸੀਂ ਪਹਿਲਾਂ ਲਿਆ ਸਕਦੇ ਹਾਂ 1 ਤੋਂ ਡੇਢ ਮਹੀਨਾ। ਸੋ ਇਹੀ ਡਾਕਟਰ ਸਾਹਿਬ ਸਾਡੇ ਕੋਲ ਮੰਡੀਕਰਨ ਦੇ ਹੈਗੇ ਨੇ। ਜਾਂ ਫਿਰ ਉਸ ਤੋਂ ਬਾਅਦ ਸਾਡਾ ਫੂਡ ਪ੍ਰੋਸੈਸਿੰਗ ਦਾ ਕੰਮ ਸ਼ੁਰੂ ਹੋ ਜਾਂਦਾ, ਉਹ ਵੱਡੇ ਲੈਵਲ ਤੇ ਵਪਾਰਕ ਪੱਧਰ ਤੇ ਹੀ ਕਰ ਸਕਦੇ ਨੇ ਕਿਸਾਨ। ਸੋ ਛੋਟੇ ਲੈਵਲ ਤੇ ਤਾਂ ਮੈਂ ਇਹੀ 3 ਚੀਜ਼ਾਂ ਤੇ ਕਹੂੰਗਾ ਵੀ ਇਹਦੇ ਤੇ ਕਿਸਾਨ ਸਾਡੇ ਜਿਹੜੇ ਨੇ ਧਿਆਨ ਦੇਣ, ਤੇ ਇਸ ਦੇ ਨਾਲ ਹੀ ਸਾਡਾ ਜਿਹੜਾ ਸਾਨੂੰ ਵਾਜਬ ਮੁੱਲ ਮਿਲ ਸਕਦਾ ਜੀ। ਬਿਲਕੁਲ ਡਾਕਟਰ ਟਿਵਾਣਾ ਜੀ, ਬਹੁਤ ਵਧੀਆ ਮੈਸੇਜ ਸਾਡੇ ਕਿਸਾਨ ਵੀਰਾਂ ਨੂੰ ਦਿੱਤਾ ਆ। ਕਿਸਾਨ ਵੀਰੋ ਦੇਖੋ, ਸਬਜ਼ੀ ਆਪਾਂ ਸਾਰੇ ਲਾਉਂਦੇ ਆ ਤੇ ਉਹਦੀ ਸਾਂਭ ਸੰਭਾਲ ਵੀ ਕਰਦੇ ਆ, ਪਰ ਬਹੁਤਾ ਉਹਦੇ 'ਚੋਂ ਸਾਨੂੰ ਮੁਨਾਫਾ ਨਹੀਂ ਹੁੰਦਾ। ਸੋ ਇਸ ਲਈ ਤਕਨੀਕੀ ਗਿਆਨ ਆ ਜਿਹੜਾ ਉਹ ਲੈਣਾ ਬਹੁਤ ਜ਼ਰੂਰੀ ਆ। ਤਕਨੀਕੀ ਗਿਆਨ ਲੈ ਕੇ ਜੇ ਅਸੀਂ ਸਬਜ਼ੀਆਂ ਦੀ ਕਾਸ਼ਤ ਕਰਾਂਗੇ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਜ਼ਰੂਰ ਕਾਮਯਾਬ ਹੋਵਾਂਗੇ। ਡਾਕਟਰ ਟਿਵਾਣਾ ਜੀ, ਬਹੁਤ ਵਧੀਆ ਜਾਣਕਾਰੀ ਤੁਸੀਂ ਦਿੱਤੀ ਹੈ ਕਿ ਸਰਦੀਆਂ ਦੀਆਂ ਸਬਜ਼ੀਆਂ ਜਿਨ੍ਹਾਂ ਨੂੰ ਅਸੀਂ ਹੁਣ ਲਗਾਉਣਾ ਆ, ਕੀ ਪ੍ਰਬੰਧ ਕਰਨੇ ਆ, ਕਿਸ ਤਰ੍ਹਾਂ ਲਾਉਣੀਆਂ, ਕਿਵੇਂ ਲਾਉਣੀਆਂ ਨੇ, ਇਹ ਸਾਰੀ ਜਾਣਕਾਰੀ ਦੇਣ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ। भारत सरकार ने देश के करोड़ों किसानों की आजीविका को सुरक्षित कर उनके जीवन को खुशहाल बनाने के लिए सुरक्षा कवच के रूप में प्रधानमंत्री फसल बीमा योजना का उपहार दिया। ये कल्याणकारी योजना प्राकृतिक आपदाओं से फसल का नुकसान होने पर किसानों को उचित मुआवजा देकर उनकी आजीविका सुरक्षित करती है। किसान भाइयों और बहनों, आज पूरा देश कोरोना जैसी महामारी के दौर से गुजर रहा है। इस कठिन समय में भी आप बिना रुके, बिना थके लगातार अपने खेतों में पसीना बहा रहे हैं। आपकी कड़ी मेहनत से आज देश अनाज उत्पादन में आत्मनिर्भर हो गया है और आगे भी बना रहेगा, ऐसा मुझे पूरा विश्वास है। किसान भाइयों और बहनों, भारत सरकार ने किसानों के व्यापक हित को ध्यान में रखते हुए एवं प्राकृतिक आपदाओं से फसल की क्षतिपूर्ति हेतु वर्ष 2016 से महत्वाकांक्षी प्रधानमंत्री फसल बीमा योजना आरंभ की थी। सरकार की विकास नीति एवं इस योजना के सफल कार्यान्वयन हेतु हमने समय समय पर इसमें उचित बदलाव भी किए हैं। किसान बहुत ही कम प्रीमियम पर अपनी फसल का बीमा कर सकते हैं, जहां प्रीमियम का शेष हिस्सा भारत सरकार प्रदान करती है और राज्य सरकारें भी इसमें योगदान करती हैं। खरीफ 2020 सीजन से इस योजना से जुड़ना सभी किसानों के लिए स्वैच्छिक कर दिया गया है। आप प्रधानमंत्री फसल बीमा योजना से जुड़ेंगे तो संकट काल में यह योजना आपके लिए वरदान एवं सुरक्षा कवच के रूप में काम करेगी। भाइयों और बहनों, लॉकडाउन के दौरान इस योजना के अंतर्गत लगभग 8,090 करोड़ रुपयों से अधिक के दावों का
भुगतान कर दिया गया है। वर्ष 2016 में ये योजना आरंभ हुई थी। इसके बाद 3 वर्षों में किसानों ने प्रीमियम के रूप में लगभग 13,000 करोड़ रुपया जमा किया, लेकिन जब प्राकृतिक आपदाओं के कारण उनकी फसलें बर्बाद हुईं तो उन्हें प्रीमियम से लगभग 4.5 गुनी राशि लगभग 64,000 करोड़ रुपए मुआवजे के तौर पर प्राप्त हुई। इससे उनकी आजीविका सुरक्षित बनी रही। किसान भाइयों और बहनों, यदि ऋणी किसान बीमा योजना का लाभ उठाना नहीं चाहता तो उसे कट ऑफ तारीख से कम 7 दिन पहले संबंधित बैंक शाखा जिससे उसने फसली ऋण लिया है में अपना आवेदन दाखिल कर देना चाहिए। भारत सरकार ने यह कदम कई कृषक समूहों की मांग और उनकी सलाह पर उठाया है, क्योंकि हम सबका साथ, सबका विकास और सबका विश्वास की नीति पर चलते हैं। इस बदलाव के बावजूद प्रीमियम की हिस्सेदारी में कोई बदलाव नहीं किया गया, वह पहले जैसी ही है, यानी सभी खरीफ फसलों के लिए अधिकतम 2%, सभी रबी फसलों के लिए 1.5% और व्यावसायिक तथा बागवानी फसलों के लिए अधिकतम 5% है। एक अन्य बड़ा बदलाव करते हुए अब बीमा कंपनियों को उनसे संबंधित राज्यों में 3 वर्ष के लिए व्यवसाय आवंटित करने का अधिकार दिया गया है। इससे अब बीमा योजना का लाभ दूर दराज के गांवों तक पहुंचने में मदद मिलेगी और बीमा कंपनियां किसानों की सेवा बेहतर रूप से कर सकेंगी और दावों के निपटान में भी शीघ्रता लाई जा सकेगी। भाइयों और बहनों, हमने ऐसी व्यवस्था की है कि अब प्रीमियम सब्सिडी में राज्यों की हिस्सेदारी और फसल कटाई से संबंधित आंकड़े शीघ्रता से जारी हो जाएं। दावों के शीघ्र भुगतान में यह एक मुख्य बाधा थी जो अब दूर कर दी गई है। अब दावों को लटकाने भटकाने की गुंजाइश नहीं है। हम शीघ्र भुगतान, किसान का कल्याण के रास्ते पर आगे बढ़ चले हैं। इसी क्रम में भारत सरकार ने राज्यों और केंद्र शासित प्रदेशों को और अधिकार देकर बीमा योजना को लचीला बना दिया है। अब वे अपनी स्थानीय आवश्यकताओं के अनुसार आपदाओं को शामिल कर सकते हैं। उनके पास आपदाओं को चुनने का विकल्प उपस्थित है। किसान भाइयों और बहनों, मैं आपको विश्वास दिलाना चाहता हूँ, माननीय प्रधानमंत्री जी के नेतृत्व में भारत सरकार आपकी समृद्धि के रास्ते में आने वाली हर बाधा को दूर करने के लिए प्रतिबद्ध है। हमने प्रधानमंत्री फसल बीमा योजना को स्वैच्छिक अवश्य कर दिया है, परंतु अपनी भलाई, अपने कल्याण और अपनी आजीविका की सुरक्षा के लिए इसे आप जरूर अपनाएं। इस योजना में पंजीकरण के लिए ऋणी किसान सेवारत बैंक शाखा में जा सकते हैं, जहां से उन्होंने केसीसी कृषि ऋण लिया है। कॉमन सर्विस सेंटर क्षेत्र में काम करने वाली बीमा कंपनियों के प्रतिनिधि या स्थानीय कृषि कार्यालय से भी संपर्क कर सकते हैं। फसल बीमा पोर्टल www.pmfby.gov.in एवं फसल बीमा ऐप के माध्यम से भी पंजीकरण किया जा सकता है। खुशहाल किसान ही समृद्ध भारत की बुनियाद है। इसी भाव के साथ मैं आपके परिवार, खेत खलिहान एवं पंचायत के हर नागरिक की खुशहाली की कामना करता हूँ। जय हिंद, जय भारत, जय किसान। किसानों की खुशहाली और समृद्धि का संकल्प कर रहा है सच प्रधानमंत्री फसल बीमा योजना का सुरक्षा कवच।